सत श्री अकाल दोस्तों, मैं जीत हरजीत अजीज सरोए होरां दी कहानी एक होर लूणा सल्लो पठाणी लैके हाज़र हाँ। पेश है कहानी एक होर लूणा सल्लो पठाणी। जदों भादों दे दूजे हफ्ते धनौला टुटिया, मिलटरी ने अपनी शक्ति वरती। जनानियां, बच्चियां, बजुर्गां दियां चीकां ते हौंकियां नाल आसमान पाट गया। सल्लो पठाणी काफले की तेजी च अपने परिवार तो विछड़ गई। 30 साल की सल्लो गोरी चिट्टी रकान हथ लाए तो मैली हो जावे, गोल चेहरा ते दरम्याना कद, पतली छांट वर्गी। पेका पिंड बड़वर सी ते व्याही सी धनौले। व्याही नूं किहड़ा मुद्दतां बीतियां, आही लंघे अस्सू निकाह होया सी। काफले तो ऐसी विछड़ी दयालपुरे दे बदमाशां दे अड़िके चढ़ गई। 5 मलंग लै गए नूड़ के अपने गुप्त टिकाणे ते। सल्लो दी भुख ते मरदी गई, पर हाफस दे भुखियां दी भुख जरूर दूर हो रही सी। सल्लो दी सुंदरता दी चर्चा लुटेरियां दी टोली तो तारे तक पहुंच गई। दयालपुरे दे गभरू तारे दे वैलपुणे ते धौंस अगे बदमाश बेबस हो गए। आखिर बदमाशी दे दम ते ओ सल्लो ਨੂੰ ਪਖੜਿਆਲ ਲੈ ਆਇਆ। ਸੁੰਨਾ ਵਿਹੜਾ ਰੁੱਖਾ ਜਿਹਾ ਉਦਾਸ ਵਿਹੜੇ ਵਿੱਚ ਪਹਿਲਾਂ ਹੀ ਇੱਕ ਸੱਲੋ ਨਾਲੋਂ ਰਤਾ ਕੁ ਵਡੇਰੀ ਤੀਵੀਂ ਮੰਜੇ ਤੇ ਕੰਧ ਵੱਲ ਮੂੰਹ ਕਰਕੇ ਬਿਵਾਰਾਂ ਵਾਂਗ ਬੈਠੀ ਸੀ। ਸੱਲੋ ਨੂੰ ਉਸ ਬਾਰੇ ਸਮਝਣ ਵਿੱਚ ਦੇਰ ਨਾ ਲੱਗੀ। ਉਹ ਵੀ ਕਿਸੇ ਫਲਦਾਰ ਬੂਟੇ ਦੀ ਟਹਿਣੀ ਸੀ। ਤਾਰੇ ਦੇ ਵਿਹੜੇ ਆ ਕੇ ਮੁਰਝਾ ਗਈ ਸੀ। ਤਾਰੇ ਦੇ ਇਸ਼ਾਰੇ ਨਾਲ ਉਹ ਮੰਜੇ ਦੀ ਪੈਨ ਤੇ ਬੈਠ ਗਈ, ਉਸ ਤੀਵੀਂ ਤੋਂ ਉਲਟ ਪਾਸੇ ਮੂੰਹ ਕਰਕੇ। ਜੀ ਤਾਂ ਕੀਤਾ ਉਸ ਦੀ ਪੁੱਛਗਿੱਛ ਕਰੇ, ਪਰ ਖਿੱਦੋ ਨੂੰ ਉਧੇੜਿਆਂ ਲੀਰਾਂ ਹੀ ਨਿਕਲਣੀਆਂ ਸੀ। ਉਸ ਸਾਂਵਲੇ ਰੰਗ ਦੀ ਰਕਾਨ ਨੇ ਵੀ ਸੱਲੋ ਵੱਲ ਵਿਸ਼ੇਸ਼ ਰੁਚੀ ਨਾ ਵਿਖਾਈ। ਸਿਰਫ ਅੰਦਰ ਵੜਦੀ ਨੂੰ ਹੀ ਸਸਰੀ ਜਹੀ ਵੇਖਿਆ। ਰਾਤ ਨੇ ਜਦ ਹਨੇਰੇ ਦਾ ਛਿੱਟਾ ਦਿੱਤਾ ਤਾਂ ਵਿਹੜਾ ਹੋਰ ਵੀ ਡਰਾਉਣ ਲੱਗਾ। ਉਸ ਰਾਤ ਤਿੰਨੋਂ ਬੇਗਾਨਿਆਂ ਵਾਂਗ ਪਏ ਰਹੇ। ਸੌਣਾ ਤਾਂ ਕਿਸੇ ਨੇ ਕੀ ਸੀ, ਅਜਿਹੇ ਹਾਲਾਤਾਂ 'ਚ ਨੀਂਦ ਕਿੱਥੇ। ਤਾਰੇ ਨੂੰ ਵੀ ਅਜਿਹੀ ਪਹਿਲੀ ਵਾਰ ਅਹਿਸਾਸ ਹੋਇਆ ਜਿਵੇਂ ਉਹ ਆਪਣੇ ਘਰ ਨਹੀਂ, ਕਿਸੇ ਸਰਾਂ ਵਿੱਚ ਠਹਿਰਿਆ ਹੋਵੇ। ਸੱਲੋ ਇੰਨਾ ਜ਼ਰੂਰ ਸਮਝ ਗਈ, ਤਾਰੇ ਦੀ ਇਲਾਕੇ ਵਿੱਚ ਪੂਰੀ ਦਹਿਸ਼ਤ ਹੈ। ਲੰਘੀ ਰਾਤ ਨੇ ਉਹਨਾਂ ਦੇ ਪਾਸੇ ਭੰਨ ਦਿੱਤੇ। ਸਵੇਰ ਹੋਈ, ਉਹ ਇੱਕ ਦੂਜੇ ਦੇ ਮੱਥੇ ਲੱਗੇ, ਪਰ ਦੁਆ ਸਲਾਮ ਨਾ ਕੀਤੀ। ਤਾਰੇ ਨੇ ਆਪ ਹੀ ਚਾਹ ਬਣਾਈ, ਤੂੰਬਾ ਭਰ ਕੇ ਦੋਵਾਂ ਕੋਲ ਰੱਖ ਦਿੱਤਾ। ਮੂੰਹ ਹੱਥ ਧੋ ਕੇ ਪੀ ਲੋ ਘੁੱਟ-ਘੁੱਟ, ਕਿਉਂ ਮਨ ਭਾਰਾ ਕੀਤਾ। ਨਾਲ ਵਾਲੀ ਤੀਵੀਂ ਨੇ ਇੱਕ ਸੜਾਕੇ ਨਾਲ ਚਾਹ ਅੰਦਰ ਸੁੱਟ ਲਈ। ਸੱਲੋ ਨੇ ਇੱਕ ਘੁੱਟ ਪੀ ਕੇ ਭਾਂਡਾ ਪੈਂਦ ਕੋਲ ਰੱਖ ਦਿੱਤਾ। ਸਰਕੜੇ ਦੀ ਛਪਰੀ ਹੇਠਾਂ ਤਾਰਾ ਆਪਣੀ ਗੰਡਾਸੀ ਤਿੱਖੀ ਕਰਦਾ ਰਿਹਾ। ਫਿਰ ਤਿੱਖੀ ਧਾਰ ਤੇ ਹੱਥ ਫੇਰਦਾ ਉਹ ਉਦਾਸ ਚਿਹਰਿਆਂ ਵੱਲ ਪੰਛੀ ਝਾਤ ਮਾਰਦਾ, ਉਹਨਾਂ ਦੀਆਂ ਹਰਕਤਾਂ ਨੂੰ ਨਜ਼ਰਬੰਦ ਕਰਦਾ। ਪਹਾੜ ਜੱਡੀ ਰਾਤ ਲੰਘ ਗਈ, ਦਿਨ ਵੀ ਦੂਜੇ ਪਹਿਰ 'ਚ ਪਹੁੰਚ ਗਿਆ, ਪਰ ਵਿਹੜੇ 'ਚ ਅਜੇ ਤੱਕ ਚੁੱਪ ਹੀ ਚੁੱਪ ਸੀ। ਦੋਵੇਂ ਰਕਾਨਾਂ ਇੱਕ ਦੂਜੇ ਨੂੰ ਵਿਟਰ-ਵਿਟਰ ਤੱਕਦੀਆਂ, ਪਰ ਕਿਸੇ ਦਾ ਬੁਲਾਉਣ ਨੂੰ ਹੀਆ ਨਾ ਪਿਆ। ਅਚਾਨਕ ਦਰਵਾਜ਼ੇ ਤੇ ਜ਼ੋਰ ਦੀ ਖੰਘੂਰਾ ਵੱਜਿਆ। ਮੋਢੇ ਤੇ ਗੰਡਾਸਾ ਰੱਖ ਡੱਬੀਦਾਰ ਚਾਦਰੇ ਵਾਲਾ, ਭੂਰੀਆਂ ਮੁੱਛਾਂ ਨੂੰ ਵੱਟ ਦਿੰਦਾ ਪੱਕੜ ਜਿਹਾ ਮਰਦ ਅੰਦਰ ਲੰਘ ਆਇਆ। ਰਤੀਏ ਦੇ ਪਰਲੇ ਪਿੰਡੋਂ ਤਾਰੇ ਦਾ ਪੱਗ ਵੱਟ ਭਰਾ ਬੰਤਾ ਸੁਰਤੀ ਵੈਲੀ ਆ ਗਿਆ ਸੀ। ਬੰਤੇ ਦੇ ਆਉਣ ਨਾਲ ਤਾਰੇ ਨੂੰ ਲੱਗਿਆ ਜਿਵੇਂ ਕੋਈ ਮਨ ਤੋਂ ਭਾਰ ਚੁੱਕਿਆ ਗਿਆ ਹੋਵੇ। ਤਾਰਾ ਵੈਲੀ ਜ਼ਰੂਰ ਸੀ, ਪਰ ਇਨਸਾਨੀ ਵੀ ਉਸਦੇ ਦਿਲ 'ਚ ਧੜਕਣ ਲੱਗਾ। ਬੰਤੇ ਨੂੰ ਵਿਹੜੇ 'ਚ ਖੜੋਤਾ ਵੇਖ ਉਸ ਦੀਆਂ ਅੱਖਾਂ 'ਚ ਚਮਕ ਆ ਗਈ, ਜਦ ਕਿ ਦੋਵੇਂ ਤੀਵੀਆਂ ਦੀ ਚਿੰਤਾ ਹੋਰ ਵੱਧ ਗਈ। ਗੰਡਾਸੇ ਪਾਸੇ ਰੱਖ ਤਾਰਾ ਪਹਿਲੇ ਗੇੜੇ ਵਾਣ ਦਾ ਮੰਜਾ ਤੇ ਦੂਜੇ ਗੇੜੇ ਦੇਸੀ ਦਾਰੂ ਦਾ ਤੂੰਬਾ ਤੇ 2 ਗਲਾਸੀਆਂ ਲੈ ਆਇਆ। ਇੱਕ ਪਾਸੇ ਜਸ਼ਨ ਤੇ ਦੂਜੇ ਪਾਸੇ ਸੋਗ ਦਾ ਦੌਰ ਸਮਾਂਤਰ ਚੱਲ ਪਿਆ। ਵਿੱਚ ਤਾਰਾ ਨਿੱਕੀ ਜਿਹੀ ਝਲਾਨੀ 'ਚੋਂ ਲੋੜੀ ਦੀ ਵਸਤ ਲੈ ਕੇ ਜਾਂਦਾ। ਸਾਰੀ ਦੁਪਹਿਰ ਉਹ ਦਾਰੂ ਵਿੱਚ ਡੁੱਬੇ ਰਹੇ। ਪਿੰਡ ਵਿੱਚ ਜਾ ਆਲੇ ਦੁਆਲੇ ਦੇ ਰੌਲੇ ਰੱਪੇ ਤੋਂ ਉਹ ਬੇਖਬਰ ਹੋਏ ਬੈਠੇ ਸੀ। ਸੱਲੋ ਦੀ ਦੂਜੀ ਤੀਵੀਂ ਖੂੰਜੇ 'ਚ ਪਏ ਪਿੱਲੇ ਤੌੜੇ 'ਚੋਂ ਲੋੜ ਮੁਜਬ ਪਾਣੀ ਪੀਂਦਿਆਂ ਹੋਰ ਕੁਝ ਨਾ ਖਾਧਾ। ਸਿਵਾਏ ਚਾਹ ਦੀ ਘੁੱਟ ਦੇ। ਆਖਰ ਉਹਨਾਂ ਦੀ ਆਪਸੀ ਸਾਂਝ ਵੀ ਕੀ ਸੀ,
ਨਾ ਤਾਂ ਉਹਨਾਂ ਨੂੰ ਸੌਕਣਾ ਕਿਹਾ ਜਾ ਸਕਦਾ ਸੀ, ਨਾ ਹੀ ਉਹ ਦਰਾਣੀਆਂ ਜਠਾਣੀਆਂ ਸੀ। ਇੱਕੋ ਸਾਂਝ ਸੀ ਕਿ ਉਹ ਉਧਾਲੀਆਂ ਤੀਵੀਆਂ ਸੀ, ਦਰਦ ਭਰੋਈਆਂ। ਉਹ ਚਾਹੁੰਦੀਆਂ ਤਾਂ ਘਰੋਂ ਭੱਜ ਵੀ ਜਾਂਦੀਆਂ, ਪਰ ਬਾਹਰ ਵੀ ਤਾਂ ਅੱਗ ਦਾ ਜੰਗਲ ਸੀ, ਪੈਰ ਪੈਰ ਤੇ ਮੌਤ ਮੰਡਰਾਉਂਦੀ ਫਿਰਦੀ ਸੀ। ਸੱਲੋ ਨੇ ਵੇਖਿਆ ਸੂਰਜ ਦਾ ਛਿਪਾ ਹੋ ਗਿਆ, ਪਰ ਇਹ ਨਹੀਂ ਪਤਾ ਕਿ ਕਿਸ ਪਿੰਡ ਦਾ ਸੂਰਜ ਸੀ। ਘਰ ਦਾ ਮੂੰਹ ਚੜ੍ਹਦੇ ਵੱਲ ਹੋਣ ਕਰਕੇ ਉਹ ਛਿਪਦਾ ਸੂਰਜ ਵੀ ਨਾ ਵੇਖ ਸਕੀ। ਬੰਤੇ ਨੇ ਆਪਣੇ ਹਿੱਸੇ ਦਾ ਆਖਰੀ ਹਾੜਾ ਲਾਇਆ। ਖੜਾ ਹੋ ਕੇ ਉਹ ਕਮਰ ਕੋਲੋਂ ਚਾਦਰਾ ਠੀਕ ਕੀਤਾ ਤੇ ਫਿਰ ਮੁੱਛਾਂ ਤੇ ਮੂੰਹ ਦਾ ਹੱਥ ਫੇਰ ਕੇ ਡਕਾਰ ਮਾਰੀ। ਡਿੱਗੀਆਂ ਮੁੱਛਾਂ ਠੀਕ ਕਰਕੇ ਮੰਜੇ ਤੇ ਪਈ ਗੰਡਾਸੀ ਨੂੰ ਹੱਥ ਪਾਇਆ। ਹਾਂ ਬਈ ਆੜੀਆ, ਮੇਰੀ ਆੜੀ ਕਿਹੜੀ ਹੈ ਫਿਰ? ਬੰਤੇ ਦੀਆਂ ਲੁੱਚੀਆਂ ਤੇ ਨਜ਼ਰਾਂ ਤੇ ਗੁੱਝੀ ਹਾਸੀ ਸੱਲੋ ਨੂੰ ਅਡਵਾਇਰ ਦੇ ਹਮਲੇ ਤੋਂ ਵੀ ਭੈੜੀ ਲੱਗੀ। ਨਰਮ ਹਿਰਨੀ ਵਾਂਗ ਬੈਠੀਆਂ ਉਹ ਤਾਰੇ ਦੇ ਜਵਾਬ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗੀਆਂ। ਸੱਲੋ ਤਾਂ ਮੇਰੀ ਪਸੰਦ ਹੈ, ਜਾਨ ਧਲੀ ਤੇ ਧਰ ਕੇ ਲਿਆਂਦੀ ਹੈ ਬੜੀ ਮੁਸ਼ਕਲ ਨਾਲ। ਤਾਰੇ ਦੇ ਫੈਸਲੇ ਨੇ ਸੱਲੋ ਨੂੰ ਸਹਿਜ ਕਰ ਦਿੱਤਾ। ਬੰਤਾ ਗੰਡਾਸੇ ਦੀ ਧਾਰ ਤੇ ਹੱਥ ਫੇਰਦਾ, ਮੰਡਾਸਾ ਮਾਰਦਾ ਆਪਣੀ ਨਵੀਂ ਹਮਸਫਰ ਦੀ ਬਾਂਹ ਫੜ ਕੇ ਧੂਹਣ ਲੱਗਾ। ਉਹ ਵਾਰ-ਵਾਰ ਵਿਕਾਊ ਡੰਗਰ ਵਾਂਗ ਤਾਰੇ ਦੇ ਵਿਹੜੇ ਨੂੰ ਭੌਂਕ ਕੇ ਤੱਕਦੀ ਰਹੀ, ਜਿਵੇਂ ਡੰਗਰਾਂ ਨੂੰ ਕਿੱਲੇ ਦਾ ਮੋਹ ਹੁੰਦਾ, ਪਰ ਮਾਲਕ ਉਸ ਦਾ ਸੰਗਲ ਖੋਲ ਕੇ ਰਤੀਏ ਦੇ ਰਾਹ ਪੈ ਗਿਆ। ਬੇਸ਼ੱਕ ਸੱਲੋ ਨੇ ਉਸ ਨਾਲ ਇੱਕ ਲਫ਼ਜ਼ ਵੀ ਸਾਂਝਾ ਨਹੀਂ ਸੀ ਕੀਤਾ, ਪਰ ਜਾਂਦੀ ਨੂੰ ਵੇਖ ਕੇ ਉਸ ਪ੍ਰਤੀ ਤਰਸ ਜਾਗਿਆ। ਉਸ ਨੂੰ ਆਪਣੀ ਸਕੀ ਭੈਣ ਜਾਪੀ। ਬੰਤਾ ਜਾ ਚੁੱਕਾ ਸੀ, ਪਰ ਸੱਲੋ ਅੰਦਰ ਵਾਪਰੇ ਕਾਂਡ ਨੇ ਚਿੰਤਾ ਛੇੜ ਦਿੱਤੀ। ਉਸਦੇ ਹੰਝੂ ਸੁੱਕ ਗਏ। ਪਿਛਲੀਆਂ ਦੁਸ਼ਵਾਰੀਆਂ ਉਹ ਭੁੱਲ ਗਈ, ਜਾਂ ਵਿਸਾਰ ਦੇਣ ਵਿੱਚ ਹੀ ਉਸਦੀ ਭਲਾਈ ਸੀ। ਮੁਖੜ ਮੁਡੀਹਰ ਅੱਗੇ ਥਾਨ ਵਾਂਗ ਵਿਛਣ ਦੀ ਥਾਂ ਤਾਰੇ ਦੇ ਲੜ ਲੱਗਣਾ ਉਸਨੂੰ ਆਪਣੀ ਹੋਣੀ ਜਾਪਿਆ। ਅੱਲਾ ਦਾ ਵਾਸਤਾ, ਹੁਣ ਤੂੰ ਨਾ ਮੈਨੂੰ ਠੋਕਰ ਮਾਰੀ। ਦਰ ਮੇਰੇ ਤੋਂ ਭਟਕਿਆ ਨਹੀਂ ਜਾਣਾ। ਬੰਤੇ ਦੇ ਜਾਣ ਤੋਂ ਬਾਅਦ ਤਾਰੇ ਨੇ ਇੱਕ ਹੋਰ ਪੈਗ ਲਾ ਕੇ ਗੰਡਾਸੀ ਹੇਠਾਂ ਰੱਖੀ ਹੀ ਸੀ। ਸੱਲੋ ਛਪਰੀ ਹੇਠ ਆ ਗਈ। ਉਸਦੇ ਪੈਰਾਂ ਵਿੱਚ ਡਿੱਗ ਕੇ ਗਿੜਗਿੜਾਉਣ ਲੱਗੀ। ਉਹ ਤਾਰੇ ਤੋਂ ਨਵੀਂ ਜ਼ਿੰਦਗੀ ਲਈ ਚਾਨਣ ਦਾ ਕਿਣਕਾ ਉਧਾਰਾ ਮੰਗ ਰਹੀ ਸੀ। ਦਾਰੂ ਦੇ ਨਸ਼ੇ ਵਿੱਚ ਸੱਲੋ ਦੇ ਹੱਥਾਂ ਦਾ ਸਪਰਸ਼ ਉਸਨੂੰ ਹੋਰ ਵੀ ਸਕੂਨ ਦੇ ਰਿਹਾ ਸੀ। ਉਸਨੇ ਉਸਨੂੰ ਬਾਹੋਂ ਫੜ ਮੰਜੇ ਦੇ ਬਿਠਾ ਲਿਆ। ਕਮਰ ਕੋਲੋਂ ਵਲੇਮਾ ਪਾ ਕੇ ਜ਼ੋਰ ਦੀ ਘੁੱਟਦਿਆਂ ਮੂੰਹ ਚੁੰਮਿਆ। ਸਮੇਂ ਦਾ ਪੁੱਠਾ ਗੇੜ ਸੀ। ਨਿਕਾਹ ਤੋਂ ਪਹਿਲਾਂ ਸੁੱਚੀ ਰਹਿਣ ਵਾਲੀ ਸੱਲੋ ਇਨਕਾਰ ਨਾ ਕਰ ਸਕੀ। ਸੱਲੋ, ਮੇਰੀ ਸੱਲੋ, ਅੱਜ ਤੂੰ ਇਸ ਘਰ ਦੀ ਮਾਲਕ, ਤੂੰ ਸਰਦਾਰਨੀ ਹੈ। ਸਰਦਾਰਨੀ ਵੈਲੀ ਕਰਤਾਰ ਸਿੰਘ ਦੀ ਦਲੀਪ ਕੌਰ ਸਰਦਾਰਨੀ। ਸੱਲੋ ਦੀ ਨਿੱਘ ਨਾਲ ਆਖਰੀ ਪੈਗ ਦਾ ਨਸ਼ਾ ਹੋਰ ਵੀ ਖਿੜ ਗਿਆ। ਆਖਰੀ ਸ਼ਬਦ ਬੋਲਦਿਆਂ ਤਾਰੇ ਨੇ ਵਿਹੜੇ 'ਚ ਆ ਕੇ ਲਲਕਾਰਾ ਛੱਡਿਆ, ਪਿੰਡ ਵਾਲਿਓ, ਦਲੀਪੋ ਸਰਦਾਰਨੀ ਕਰਤਾਰ ਸਿੰਘ ਦੀ ਪਤਨੀ ਆ ਓਏ। ਰਾ ਉਸਨੇ ਲਲਕਾਰੇ ਵਿੱਚ ਐਨੀ ਗੜਸ ਸੀ, ਹਨੇਰਾ ਵੀ ਖਿੰਡ ਗਿਆ। ਵਿਹੜੇ ਅੰਦਰਲੀ ਹਵਾ ਨੂੰ ਧੱਕ ਵੱਜੀ। ਪਿੰਡ ਵੱਲੋਂ ਉਸਨੇ ਮੋੜਵਾਂ ਜਵਾਬ ਨਾ ਦਿੱਤਾ। ਪਿੰਡ ਵੱਲੋਂ ਕਿਸੇ ਨੇ ਮੋੜਨਾ ਜਵਾਬ ਨਾ ਦਿੱਤਾ। ਤਾਰੇ ਦੀ ਦਹਿਸ਼ਤ ਕਾਰਨ ਅੱਜ ਦੇ ਦਿਨ ਸਮੇਂ ਵੀ ਕੋਈ ਇਧਰਲੀ ਗਲੀ ਨਹੀਂ ਸੀ ਲੰਘਿਆ। ਫਿਰ ਉਹ ਸੱਲੋ ਨੂੰ ਵਲੇਵਾ ਪਾ ਕੇ ਅੰਦਰ ਲੈ ਗਿਆ। ਸੱਲੋ ਨੂੰ ਮੰਜੇ ਤੇ ਬਿਠਾ ਦਿੱਤਾ। ਫਿਰ ਆਲੇ ਵਿੱਚ ਰੱਖੇ ਦੀਵੇ ਨੂੰ ਬਾਲਣ ਦਾ ਯਤਨ ਕਰਦਾ ਰਿਹਾ। ਨਸ਼ੇ ਕਾਰਨ ਦੀਵਾ ਬਾਲਣਾ ਔਖਾ ਸੀ। ਆਖਰ ਦੀਵਾ ਜਗ ਪਿਆ ਤੇ ਅੰਦਰ ਚਾਨਣ ਹੀ ਚਾਨਣ ਖਿੰਡ ਗਿਆ। ਉਸਨੇ ਪੀਲੇ ਚਾਨਣ ਵਿੱਚ ਲੱਕੜ ਦੇ ਸੀਸੇ ਜੜੇ ਸੰਦੂਕ ਵਿੱਚੋਂ ਕੱਪੜਿਆਂ ਵਾਲੀ ਗਠੜੀ ਖੋਲ੍ਹੀ। ਸੰਦੂਕ ਉੱਤੇ ਬਣੀਆਂ ਲਾੜੇ ਅਤੇ ਲਾੜੀ, ਜੰਝ ਅਤੇ ਡੋਲੀ ਦੀਆਂ ਤਸਵੀਰਾਂ ਝਰੀਟੀਆਂ ਪਈਆਂ ਸੀ। ਟਾਹਲੀ ਦੇ ਲਾਲ ਪੋਰਿਆਂ ਤੋਂ ਬਣੀ ਕੀਮਤੀ ਸੰਦੂਕ ਲੁੱਟਾਂ ਦੌਰਾਨ ਹੀ ਤਾਰੇ ਤੇ ਸੁਰਤੀ ਲੈ ਕੇ ਆਏ ਸੀ ਪੀਰਾਂ ਵਾਲੀ ਤੋਂ। ਪਿੱਤਲ ਤੇ ਕਹਿ ਦੇ ਭਾਂਡੇ ਤਾਰੇ ਨਾਲ ਵਾਲੇ ਸਹਾਇਕ ਸਾਥੀਆਂ 'ਚ ਵੰਡ ਦਿੱਤੇ, ਪਰ ਕੀਮਤੀ ਪੁਸ਼ਾਕਾਂ ਵਾਲੀ ਗਠੜੀ ਉਸਨੇ ਸੰਭਾਲ ਕੇ ਰੱਖ ਲਈ ਸੀ। ਕੋਈ ਤਾਂ ਵਿਹੜੇ ਨੂੰ ਆ ਕੇ ਰੰਗ ਭਾਗ ਲਾਊ, ਜੋ ਵੀ ਆਊ ਉਹੀ ਹੰਢਾਊ ਤੇ ਖਾਊ ਪੀਊਗੀ। ਲੁੱਟਾਂ ਖੋਹਾਂ ਵਾਲੇ ਉਹ ਆਪਣੇ ਖਿਆਲਾਂ ਵਿੱਚ ਇੱਕ ਸੋਹਣੀ ਔਰਤ ਦੀ ਤਸਵੀਰ ਆਪਣੀ ਅੱਖਾਂ ਸਾਹਮਣੇ ਮਹਿਸੂਸ ਦਾ। ਆਖਰ ਉਹ ਤਸਵੀਰ ਸਾਕਾਰ ਰੂਪ ਵਿੱਚ ਉਸਦੇ ਘਰ ਦਾ ਸ਼ਿੰਗਾਰ ਬਣੀ ਬੈਠੀ ਸੀ। ਉਸਨੇ ਸੰਦੂਕ 'ਚੋਂ ਕੱਪੜਿਆਂ ਵਾਲੀ ਗਠੜੀ ਬਾਹਰ ਕੱਢੀ। ਉਸ ਵਿੱਚ ਮਨ ਨੂੰ ਸੋਹਣੀ ਲੱਗਦੀ ਗੁਲਾਬੀ ਰੰਗ ਦੀ ਕਢਾਈ ਵਾਲੀ ਸਲਵਾਰ ਕਮੀਜ਼ ਕੱਢ ਕੇ ਪਾਸੇ ਰੱਖ ਲਈ। ਫਿਰ ਦੂਹਰ ਮਾਰ ਕੇ ਗਠੜੀ ਨੂੰ ਗੰਢ ਦੇਣ ਤੋਂ ਬਾਅਦ ਪਹਿਲਾਂ ਆਪਣੇ ਟਿਕਾਣੇ ਤੇ ਹੀ ਰੱਖ ਦਿੱਤਾ। ਲੈ ਸੱਲੋ,
ਓਟੇ 'ਚ ਨਹਾ ਕੇ ਸੁੱਚੇ ਪਿੰਡੇ ਹੋ ਲੈ, ਆਹ ਕੱਪੜੇ ਪਾ ਲਈ। ਸੱਲੋ ਨੇ ਕੰਬਦੇ ਹੱਥਾਂ ਨਾਲ ਕੱਪੜੇ ਫੜੇ। ਉਹ ਦੋਵੇਂ ਲੱਤਾਂ ਨੂੰ ਜੋੜ ਕੇ ਸੁੰਗੜਦੀ ਜਾ ਰਹੀ ਸੀ। ਉਸਦੀਆਂ ਲੱਤਾਂ ਕਮਜ਼ੋਰ ਪੈ ਰਹੀਆਂ ਸੀ। ਉਹ ਘਬਰਾਹਟ ਮਹਿਸੂਸ ਕਰ ਰਹੀ ਸੀ। ਅਜੇ ਤਾਂ 10 ਦਿਨ ਬਾਕੀ ਸੀ, ਪਰ ਕਮਜ਼ੋਰੀ ਕਾਰਨ ਮਹਾਂਮਾਰੀ ਸਮੇਂ ਤੋਂ ਪਹਿਲਾਂ ਹੀ ਆ ਗਈ। ਉਹ ਮਾਸਿਕ ਧਰਮ 'ਚੋਂ ਗੁਜ਼ਰ ਰਹੀ ਸੀ। ਕੱਪੜੇ ਲੈ ਕੇ ਉਹ ਕਾਹਲੀ ਨਾਲ ਓਟੇ ਵੱਲ ਵਧੀ। ਤਾਰੇ ਨੇ ਵੇਲਾ ਵੇਖ ਆਪ ਹੀ 2 ਮੰਜੇ ਨਾਲੋਂ ਨਾਲ ਢਾਹ ਲਏ, ਕੱਪੜੇ ਵੀ ਵਿਛਾ ਲਏ। ਫਿਰ ਉਹ ਪਿੰਡ ਦੀ ਵਿੜਕ ਲੈਣ ਬਾਹਰ ਚਲਾ ਗਿਆ। ਸੱਲੋ ਬਾਰੇ ਉਹਨੂੰ ਹੁਣ ਪੂਰਾ ਭਰੋਸਾ ਸੀ, ਉਹ ਕਿੱਧਰ ਨਹੀਂ ਜਾ ਸਕਦੀ। ਤਾਰੇ ਦੇ ਵਾਪਸ ਆਉਂਦਿਆਂ ਸੱਲੋ ਨਹਾ ਕੇ ਸਲਵਾਰ ਕਮੀਜ਼ ਪਾਈ ਬੈਠੀ ਸੀ। ਨਹਾਉਣ ਤੋਂ ਬਾਅਦ ਉਹ ਆਪਣੇ ਆਪ ਨੂੰ ਸੁੱਚੀ ਮਹਿਸੂਸ ਕਰਨ ਲੱਗੀ। ਮਾਸਿਕ ਧਰਮ ਆਉਣ 'ਤੇ ਉਸਨੂੰ ਅੱਲਾ ਦਾ ਸ਼ੁਕਰ ਮਨਾਇਆ। ਉਹ ਚਾਹੇ ਕਮਜ਼ੋਰ ਪੈ ਗਈ, ਪਰ ਬੂੰਦ ਬੂੰਦ ਰਿਸਦਾ ਖੂਨ ਉਸਨੂੰ ਸਕੂਨ ਦੇ ਰਿਹਾ ਸੀ। ਤਾਰੇ ਦੇ ਵਿਹੜੇ 'ਚ ਆਈ ਉਹ ਕਿੱਡੇ ਵੱਡੇ ਕਲੰਕ ਤੋਂ ਬਚ ਗਈ ਸੀ। ਹੈਵਾਨਾਂ ਦੀ ਕਰਤੂਤ ਨੇ ਉਸਦੇ ਮੱਥੇ 'ਤੇ ਸਾਰੀ ਉਮਰ ਲਈ ਕਾਲਖ ਮਲ ਦੇਣੀ ਸੀ। ਪੁਰਾਣੇ ਕੱਪੜੇ ਉਸਨੇ ਗੁੱਥ-ਮੁੱਥ ਕਰਕੇ ਖੂੰਜੇ 'ਚ ਪਏ ਰੋੜਿਆਂ ਦੀ ਵਿਰਲ 'ਚ ਧੱਕ ਦਿੱਤੇ। ਕੋਸੇ ਪਾਣੀ ਨਾਲ ਉਸਨੇ ਪਿੰਡੇ 'ਤੇ ਜੰਮੀ ਰੇਤ ਨਾਲ ਪੁਰਾਣੀਆਂ ਯਾਦਾਂ ਵੀ ਸਾਫ਼ ਹੋ ਗਈਆਂ। ਵਾਹ ਬਈ ਵਾਹ, ਬਣ ਗਈ ਸਰਦਾਰਨੀ। ਸੱਲੋ ਮੰਜੇ 'ਤੇ ਬੈਠੀ ਉਂਗਲਾਂ ਦੀ ਕੰਘੀ ਬਣਾ ਕੇ ਵਾਲਾਂ 'ਚ ਫੇਰ ਰਹੀ ਸੀ। ਤਾਰੇ ਦੇ ਮੁੜਨ ਤੱਕ ਚਾਹੇ ਹਨੇਰਾ ਵੱਧ ਗਿਆ, ਪਰ ਹਨੇਰੇ 'ਚੋਂ ਵੀ ਸੱਲੋ ਉਸਨੂੰ ਸੁੰਦਰ ਜਾਪੀ। ਚਲਾਨੀ ਵਿੱਚ ਫਿਰਦਾ ਤਾਰਾ ਉਸਦੀਆਂ ਸਿਫਤਾਂ ਕਰਦਾ ਰਿਹਾ, ਪਰ ਸੱਲੋ ਚੁੱਪ ਬੈਠੀ ਰਹੀ। ਲੈ ਖਾ 2 ਬੁਰਕੀਆਂ। ਤਾਰਾ 2 ਭਾਰੀ ਰੋਟੀਆਂ ਭੁੰਨੇ ਗੰਢਿਆਂ ਨਾਲ ਲੈ ਕੇ ਹਾਜ਼ਰ ਹੋ ਗਿਆ। ਸੱਲੋ ਨੇ ਥਾਲ ਫੜ ਕੇ ਪਾਸੇ ਰੱਖ ਦਿੱਤਾ। ਖਾ ਲੈ ਕਮਲੀਏ, ਕਿੱਦੇ ਦੀ ਫਿਰਦੀਆਂ ਭੁੱਖਾਂ ਤੇਹਾਂ ਕੱਟਦੀ। ਕਿਹੜੇ ਪੂੜੇ ਖਵਾਏ ਹੋਣੇ ਅਗਲਿਆਂ ਨੇ। ਤਾਰਾ ਆਪਣੀ ਰੋਟੀ ਲੈਣ ਚਲਾ ਗਿਆ। ਵਾਪਸ ਆਇਆ ਤਾਂ ਵੇਖਿਆ ਸੱਲੋ ਨੇ ਬੜੀ ਮੁਸ਼ਕਿਲ ਨਾਲ ਬੁਰਕੀ ਤੋੜੀ। ਉਹ ਕਿੰਨਾ ਹੀ ਚਿਰ ਬੁਰਕੀ ਚਵਾਉਂਦੀ ਰਹੀ। ਬੜੀ ਮੁਸ਼ਕਿਲ ਨਾਲ ਬੁਰਕੀ ਸੰਗ ਤੋਂ ਹੇਠਾਂ ਉਤਰੀ। ਕੋਲ ਬੈਠੇ ਤਾਰੇ ਨੇ ਪੈਨ 'ਚ ਫਸਿਆ ਪਾਣੀ ਵਾਲਾ ਗਲਾਸ ਦਿੱਤਾ। ਤਾਰੇ ਦੀ ਹਿੰਮਤ ਨਾਲ ਉਸਨੇ ਮਸਾਂ ਹੀ 1 ਰੋਟੀ ਖਾਧੀ। ਅੱਧਾ ਪਿੰਡ ਸੋ ਗਿਆ ਸੀ। ਅੱਜ ਦੀ ਰਾਤ ਉਹਨਾਂ ਦੋਹਾਂ ਲਈ ਅੱਖ ਲਾਉਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਸੀ। ਕੋਲ ਪਿਆ ਤਾਰਾ ਉਸਨੂੰ ਬੁਲਾਉਣ ਦਾ ਯਤਨ ਕਰਦਾ, ਪਰ ਉਹ ਹੂੰ-ਹਾਂ ਨਾਲ ਸਾਰਦੀ ਰਹੀ। ਉਹ ਮਿਣ ਤੋਲ ਕੇ ਬੋਲਦੀ ਰਹੀ। ਇਲਾਕੇ ਦਾ ਵੈਲੀ ਸੱਲੋ ਦੇ ਹੁਸਨ ਨੇ ਜ਼ਰੂਰ ਵਸ ਕਰ ਲਿਆ ਸੀ। ਤਾਰਾ ਦੀਵੇ ਨੂੰ ਫੂਕ ਮਾਰਨ ਉੱਠਿਆ। ਦੀਵਾ ਬੁਝਾ ਕੇ ਆਪਣੀ ਹੀ ਮੰਜੀ 'ਤੇ ਪੈ ਗਿਆ। ਕਿਉਂ ਸਰਦਾਰਨੀਏ, ਕੋਈ ਤਕਲੀਫ ਤਾਂ ਨਹੀਂ ਆਈ? ਅੱਜ ਤੋਂ ਤੂੰ ਘਰ ਦੀ ਮਾਲਕਣ ਹੈ। ਤੂੰ ਹੁਣ ਕੰਧਾਂ ਕੋਲੇ ਲਿਪ ਕੇ ਘਰ ਦੀ ਛੰਡ ਕੱਢ ਦੇ, ਤਾਂ ਕਿ ਪਿੰਡ ਵਾਲੇ ਆਖਣ ਭਈ ਸੱਲੋ ਨੇ ਤਾਂ ਘਰ ਦਾ ਰੂਪ ਹੀ ਬਦਲਤਾ। ਤਾਰਿਆਂ ਦੀ ਛਾਵੇਂ ਤਾਰਾ ਬੋਲਦਾ ਰਿਹਾ, ਪਰ ਸੱਲੋ ਨੇ ਇੱਕ ਗੱਲ 'ਚ ਹਾਮੀ ਨਾ ਭਰੀ। ਤਾਰੇ ਨੇ ਮੱਥੇ ਤੋਂ ਫੜ ਕੇ ਉਸਦਾ ਪਾਸਾ ਪਰਤਿਆ। ਬੋਲਦੀ ਨਹੀਂ। ਅੱਜ ਵੈਲੀ ਦੇ ਸ਼ਬਦਾਂ 'ਚ ਕੋਮਲਤਾ ਭਰੀ ਹੋਈ ਸੀ, ਪਰ ਸੱਲੋ ਨੇ ਨੈਣਾਂ ਦੀਆਂ ਟਿੰਡਾਂ ਖਾਲੀ ਹੋ ਰਹੀਆਂ ਸਨ। ਮੂੰਹ 'ਚ ਡਿੱਗਦੀ ਲਾਰ ਤੇ ਹੰਝੂਆਂ ਦੇ ਖਾਰੇ ਪਾਣੀ ਨਾਲ ਮੰਜੇ ਦਾ ਸੇਰਵਾ ਸਲਾਬਿਆ ਗਿਆ। ਨਵੀਂ ਕੁੜਤੀ ਦਾ ਗਲਮਾ ਗਿੱਲਾ ਹੋ ਕੇ ਰੰਗ ਛੱਡ ਗਿਆ। ਦੇਖ, ਜ਼ਿਆਦੇ ਵਿਸਰ ਨਾ ਕਰ। ਤੂੰ ਸ਼ੁਕਰ ਕਰ ਦਾਤੇ ਦਾ, ਵਿਹੜੇ ਆ ਗਈ। ਜੇ ਆਹੀ ਲੱਛਣ ਕਰਨੇ ਨੇ, ਫਿਰ ਮੈਂ ਵੀ ਰੱਸਾ ਲਾ ਦਿੰਨਾ। ਕੱਲ ਨੂੰ ਜਿੱਧਰ ਮਰਜੀ ਜਾ। ਤਾਰੇ ਦੇ ਸ਼ਬਦ ਕਠੋਰ ਹੋ ਗਏ। ਰੱਸਾ ਲਾਉਣ ਵਾਲੀ ਗੱਲ ਸੱਲੋ ਦੇ ਦਗਾੜੇ ਵਾਂਗ ਵੱਜੀ। ਮੇਰਿਆ ਅੱਲਾ, ਤੀਵੀਆਂ ਦੇ ਨਸੀਬ 'ਚ ਆਹ ਦਿਨ ਵੀ ਤੂੰ ਹੀ ਲਿਖੇ ਸੀ। ਕਿਤੇ ਤੂੰ ਵੀ ਤਾਂ ਨਹੀਂ। ਉਸਦੇ ਹੰਝੂ ਸੁੱਕ ਗਏ, ਪਰ ਗਲਾ ਅਜੇ ਵੀ ਗੱਚ ਸੀ। ਬੋਲਣਾ ਚਾਹੁੰਦੀ ਸੀ, ਉਹ ਵੀ ਸੰਗ ਪਾੜ ਕੇ ਖਾਲੀ ਹੋਣਾ ਚਾਹੁੰਦੀ ਸੀ, ਪਰ ਜੀਭ ਉਲਟ ਨਹੀਂ ਸੀ ਰਹੀ। ਸੱਲੋ ਦੇ ਵਤੀਰੇ ਨੇ ਤਾਰੇ ਦਾ ਨਸ਼ਾ ਢੈਲਾ ਪਾ ਦਿੱਤਾ। ਸੱਲੋ ਨੇ ਵਾਹੀ ਛੱਡ ਤਾਰਿਆਂ ਵੱਲ ਮੂੰਹ ਕਰ ਲਿਆ। ਉਹ ਤਾਰਿਆਂ 'ਚੋਂ ਕੁਝ ਲੱਭ ਰਹੀ ਸੀ। ਸ਼ਾਇਦ ਉਹਦੀ ਬਿਰਤੀ ਕਿਧਰੇ ਹੋਰ ਚਲੀ ਗਈ। ਤਾਰੇ ਦਾ ਲੰਮਾ ਹੱਥ ਨਾਲ ਪਈ ਸੱਲੋ ਦੇ ਮੱਥੇ 'ਤੇ ਸ਼ੁਰੂ ਹੋ ਕੇ ਅੱਖਾਂ ਨੂੰ ਬੰਦ ਕਰਦਾ, ਬਰੀਕ ਬੋਲੀਆਂ ਨੂੰ ਖਹਿ ਕੇ ਛਾਤੀ ਨੂੰ ਨਪੀੜਦਾ, ਨਾਭੀ ਕੋਲ ਜਾ ਕੇ ਆਪੇ ਮਤੇ ਰੁਕ ਗਿਆ। ਸਲਵਾਨ ਦੇ ਵੱਸ 'ਚ ਅਜੇ ਇੱਕ ਹੋਰ ਲੂਣਾ ਪੈ ਗਈ ਸੀ। ਉਹ ਕੱਚੀ ਕਲੀ ਆਪਣੇ ਸੋਹਣੇ ਹੋਣ ਦਾ ਦੁੱਖ ਭੋਗ ਰਹੀ ਸੀ। ਜੇ ਸੋਹਣੀ ਨਾ ਵੀ ਹੁੰਦੀ, ਦੁੱਖ ਫਿਰ ਵੀ ਭੋਗਣੇ ਪੈਂਦੇ। ਇੱਕ ਕਿੱਲੇ ਤੋਂ ਦੂਜੇ ਤੋਂ ਤੀਜੇ ਬੰਤੇ ਨਾਲ ਜਾਂਦੀ ਤੀਵੀਂ ਵਾਂਗ। ਹੇ ਅੱਲਾ,
ਤੇਰੀ ਧੀ ਨਵੇਂ ਸਫ਼ਰ ਤੇ ਚੱਲ ਪਈ, ਆਸ਼ੀਰਵਾਦ ਦਿਓ। ਉਸਨੇ ਰੱਬ ਨੂੰ ਤਿੱਖਾ ਮਿਹਣਾ ਦਿੱਤਾ। ਪਰ ਅੱਜ ਦੀ ਘੜੀ ਰੱਬ ਨੇੜੇ ਨਾ ਤੇੜੇ ਸੀ। ਰਾਤ ਦੂਜੇ ਪਹਿਰ 'ਚ ਦਖਲ ਹੋ ਗਈ। ਅੱਜ ਦੀ ਲੂਣਾ ਕੱਪੜੇ ਦੇ ਥਾਨ 'ਚ ਵਾਂਗ ਸਲਮਾਨ ਅੱਗੇ ਬੇਸ਼ੀ ਪਈ ਸੀ। ਧੰਨਵਾਦ ਦੋਸਤੋ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।